Hello, good morning, students. Today we will do the third chapter of your civics book, which is why do we need a parliament? ਸਾਨੂੰ ਪਾਰਲੀਮੈਂਟ ਦੀ ਜ਼ਰੂਰਤ ਕਿਉਂ ਹੈ? ਠੀਕ ਹੈ, ਸੋ ਲੈਟਸ ਬਿਗਿਨ। ਵਾਈ ਸ਼ੁੱਡ ਪੀਪਲ ਡਿਸਾਈਡ? ਪੀਪਲ ਨੂੰ ਮਤਲਬ ਲੋਕਾਂ ਨੂੰ ਕਿਉਂ ਡਿਸਾਈਡ ਕਰਨਾ ਚਾਹੀਦਾ? ਠੀਕ ਹੈ। India, as we know, became independent on 15 August 1947. Preceding this was a long and difficult struggle in which many sections of society participated. People from various backgrounds joined the struggle and they were inspired by the ideas of freedom, equality and participation in decision making. ਕਹਿੰਦੇ ਸਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ 15 ਅਗਸਤ 1947 ਨੂੰ ਆਪਣਾ ਦੇਸ਼ ਆਜ਼ਾਦ ਹੋਇਆ, ਇੰਡੀਪੈਂਡੈਂਟ ਹੋਇਆ। ਠੀਕ ਹੈ, ਅਤੇ ਸਾਨੂੰ ਇਹ ਵੀ ਪਤਾ ਗਾ ਕਿ ਵੱਖ-ਵੱਖ ਲੋਕਾਂ ਨੇ, ਵੱਖ-ਵੱਖ ਧਰਮ ਦੇ ਲੋਕਾਂ ਨੇ, ਵੱਖ-ਵੱਖ ਰੇਸਿਸ ਦੇ ਲੋਕਾਂ ਨੇ ਹੈ ਨਾ ਉਹਦੇ ਵਿੱਚ ਪਾਰਟੀਸਪੇਟ ਕੀਤਾ। ਠੀਕ ਹੈ, ਲੋਕਾਂ ਨੂੰ ਇੰਸਪੀਰੇਸ਼ਨ ਮਿਲੀ ਕਿ ਫਰੀਡਮ ਮਿਲੂਗੀ ਆਪਾਂ ਨੂੰ। ਠੀਕ ਹੈ, ਇਕੁਐਲਿਟੀ ਨੂੰ ਦੇਖਦੇ ਹੋਏ ਲੋਕਾਂ ਨੇ ਪਾਰਟੀਸਪੇਟ ਕੀਤਾ ਇਹਦੇ ਅੰਦਰ। ਅੰਡਰ ਕਲੋਨੀਅਲ ਰੂਲ ਮਤਲਬ ਕਿ ਬ੍ਰਿਟਿਸ਼ ਰੂਲ। ਠੀਕ ਹੈ, ਜੋ ਕਿ ਅੰਗਰੇਜ਼ਾਂ ਦਾ ਰਾਜ ਸੀ। ਦ ਪੀਪਲ ਹੈਡ ਲਿਵਡ ਇਨ ਅ ਫੀਅਰ ਆਫ ਬ੍ਰਿਟਿਸ਼ ਗਵਰਨਮੈਂਟ ਐਂਡ ਡਿਡ ਨਾਟ ਐਗਰੀ ਵਿਦ ਮੈਨੀ ਆਫ ਦ ਡਿਸੀਜ਼ਨਸ ਦੈਟ ਦੇ ਟੁੱਕ। ਲੋਕਾਂ ਨੂੰ ਮਤਲਬ ਡਰ ਸੀਗਾ ਅੰਗਰੇਜ਼ਾਂ ਦੀ ਗਵਰਨਮੈਂਟ ਦਾ, ਅਤੇ ਉਹ ਬਹੁਤ ਸਾਰੇ ਫੈਸਲੇ ਜਿਹੜੇ ਬ੍ਰਿਟਿਸ਼ ਗਵਰਨਮੈਂਟ ਲੈਂਦੀ ਸੀ ਅਤੇ ਲੋਕ ਉਹਦੇ ਨਾਲ ਸਹਿਮਤ ਨਹੀਂ ਹੁੰਦੇ ਸੀ। ਬਟ ਦੇ ਫੇਸਡ ਗ੍ਰੇਵ ਡੇਂਜਰ ਇਫ ਦੇ ਟਰਾਈ ਟੂ ਕ੍ਰਿਟੀਸਾਈਜ਼ ਥੀਸ ਡਿਸੀਜ਼ਨਸ। ਮਤਲਬ ਪਰ ਉਹ ਚੀਜ਼ਾਂ ਦਾ ਉਹਨਾਂ ਨੂੰ ਸਾਹਮਣਾ ਕਰਨਾ ਪੈਂਦਾ ਸੀ ਕਿ ਜੇਕਰ ਉਹ ਸਹਿਮਤ ਨਹੀਂ ਹੁੰਦੇ ਸੀ ਅਤੇ ਉਹਨਾਂ ਨੂੰ ਸ਼ੋਅ ਕਰਦੇ ਸੀ ਕਿ ਸਾਨੂੰ ਹਾਂ ਇਹ ਰੂਲ ਤੁਹਾਡਾ ਪਸੰਦ ਨਹੀਂ। ਠੀਕ ਹੈ, ਫਿਰ ਉਹਨਾਂ ਨੂੰ ਖਤਰਾ ਹੁੰਦਾ ਸੀ ਉਸ ਗੱਲ, ਉਹ ਕਹਿਣ ਤੋਂ ਜੱਕਦੇ ਸੀ ਅਤੇ ਡਰਦੇ ਸੀ। ਠੀਕ ਹੈ, ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਉਹਨਾਂ ਲਈ ਕੋਈ ਮੁਸੀਬਤ ਖੜੀ ਹੋ ਜਾਏਗੀ। ਦ ਫਰੀਡਮ ਮੂਵਮੈਂਟ ਚੇਂਜਡ ਦਿਸ ਸਿਚੁਏਸ਼ਨ। ਫਰੀਡਮ ਮੂਵਮੈਂਟ ਯਾਨੀ ਕਿ ਆਜ਼ਾਦੀ ਦੀ ਲਹਿਰ ਚੱਲ ਪਈ। ਠੀਕ ਹੈ, ਲੋਕ ਆਜ਼ਾਦੀ ਲਈ ਲੜਨ ਲੱਗ ਪਏ ਅਤੇ ਜਿਸ ਨੇ ਸਾਰੀਆਂ ਸਿਚੁਏਸ਼ਨਾਂ ਜਿਹੜੀਆਂ ਮਤਲਬ ਕਿ ਕ੍ਰੀਏਟ ਹੋਈਆਂ ਸੀ ਅੰਗਰੇਜ਼ਾਂ ਦੇ ਰਾਜ ਦੇ ਅੰਦਰ, ਉਹ ਚੇਂਜ ਹੋਣ ਲੱਗ ਪਈਆਂ। The nationalists began to openly criticize the British government and make demands. ਨੈਸ਼ਨਲਿਸਟ ਯਾਨੀ ਕਿ ਜਿਹੜੇ ਆਪਣੇ ਆਗੂ ਸੀ, ਜਿਹੜੇ ਆਪਣੇ ਮਤਲਬ ਕਿ ਲੀਡਰ ਸੀਗੇ ਹੈ ਨਾ ਆਜ਼ਾਦੀ ਦੇ, ਉਹਨਾਂ ਨੇ ਕੀ ਕੀਤਾ, ਉਹ ਬਿਲਕੁਲ ਸਾਹਮਣੇ ਆ ਕੇ ਅੰਗਰੇਜ਼ ਸਰਕਾਰ ਦਾ ਜਿਹੜਾ ਵਿਰੋਧ ਕਰਨ ਲੱਗ ਪਏ ਅਤੇ ਉਹ ਆਪਣੀਆਂ ਡਿਮਾਂਡਸ ਉਹਨਾਂ ਦੇ ਸਾਹਮਣੇ ਰੱਖਣ ਲੱਗ ਪਏ। ਐਜ਼ ਫਾਰ ਬੈਕ ਐਜ਼ 1885 ਦਾ ਇੰਡੀਅਨ ਨੈਸ਼ਨਲ ਕਾਂਗਰਸ ਡਿਮਾਂਡਡ ਦੈਟ ਦੇਅਰ ਬੀ ਇਲੈਕਟਡ ਮੈਂਬਰਸ ਇਨ ਦਾ ਲੈਜਿਸਲੇਚਰ ਵਿਦ ਦਾ ਰਾਈਟ ਟੂ ਡਿਸਕਸ ਦਾ ਬਜਟ ਐਂਡ ਆਸਕ ਕੁਐਸਚਨਸ। ਕਹਿੰਦੇ ਜਿਵੇਂ ਕਿ 1885 ਦੇ ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਚੁਣੀ ਗਈ ਸੀ। ਠੀਕ ਹੈ, ਚੁਣੀ ਨਹੀਂ ਗਈ ਸੀ ਮਤਲਬ ਬਣੀ ਸੀ, ਆਪਣੇ ਨੈਸ਼ਨਲਿਸਟਸ ਦੁਆਰਾ ਬਣਾਈ ਗਈ ਸੀ, ਕੁਛ ਲੀਡਰ ਸੀਗੇ ਆਪਣੇ। ਠੀਕ ਹੈ, ਉਹਨਾਂ ਨੇ ਡਿਮਾਂਡ ਰੱਖੀ ਸੀ ਅੰਗਰੇਜ਼ ਸਰਕਾਰ ਦੇ ਅੱਗੇ ਕਿ ਕੁਛ ਚੁਣੇ ਹੋਏ ਮੈਂਬਰਸ ਨੂੰ ਹੱਕ ਹੈ, ਠੀਕ ਹੈ, ਹੱਕ ਮਿਲਣਾ ਚਾਹੀਦਾ ਹੈ ਕਿ ਉਹ ਲੈਜਿਸਲੇਚਰ ਦੇ ਵਿੱਚ ਜਿੱਥੇ ਕਿ ਬਜਟ ਪੇਸ਼ ਹੁੰਦਾ, ਬਜਟ ਬਾਰੇ ਡਿਸਕਸ਼ਨ ਹੁੰਦੀ ਹੈ। ਠੀਕ ਹੈ, ਉਹ ਸਾਰੇ ਮਤਲਬ ਕਿ ਜੋ ਪਾਰਟੀਸਪੇਸ਼ਨ ਹੁੰਦੀ ਹੈ ਉਹਦੇ ਵਿੱਚ ਪਾਰਟੀਸਪੇਟ ਕਰਨ ਦਾ ਹੱਕ ਰੱਖਦੇ ਹੋਣ। ਠੀਕ ਹੈ, ਉਹਨਾਂ ਨੇ ਡਿਮਾਂਡ ਰੱਖੀ ਸੀ ਇਹ। The Government of India Act 1909 allowed for some elected representation। ਮਤਲਬ ਕਿ ਇੱਕ ਫਿਰ ਕਾਨੂੰਨ ਬਣਾਇਆ ਗਿਆ। ਠੀਕ ਹੈ, ਬ੍ਰਿਟਿਸ਼ ਗਵਰਨਮੈਂਟ ਦੁਆਰਾ, ਜਿਹਦਾ ਨਾਮ ਸੀਗਾ ਗਵਰਨਮੈਂਟ ਆਫ ਇੰਡੀਆ ਐਕਟ 1909, ਮਤਲਬ 1909 ਦੇ ਵਿੱਚ ਬਣਿਆ। ਠੀਕ ਹੈ, ਤਾਂ ਕਰਕੇ ਇਹਨੂੰ ਮਤਲਬ 1909 ਦੇ ਵਿੱਚ ਇਹਦਾ ਨਾਮ ਰੱਖਤਾ ਗਵਰਨਮੈਂਟ ਆਫ ਇੰਡੀਆ ਐਕਟ 1909। ਅਲਾਊਡ ਫॉर ਸਮ ਇਲੈਕਟਡ ਰਿਪਰੈਜ਼ੈਂਟੇਸ਼ਨ। ਕੁਛ ਚੁਣੇ ਹੋਏ ਲੋਕਾਂ ਨੂੰ ਇਹਦੇ ਵਿੱਚ ਰਿਪਰੈਜ਼ੈਂਟ ਕਰਨ ਦਾ ਮੌਕਾ ਮਿਲ ਗਿਆ। ਠੀਕ ਹੈ, while these early legislatures under the British government were in response to the growing demands of the nationalists, they did not allow for all adults to vote nor could people participate in decision making। ਕਹਿੰਦੇ ਪਰ ਕੀ ਹੋਇਆ, ਅਰਲੀ ਲੈਜਿਸਲੇਚਰ ਸੀ ਜਿਹੜਾ ਬ੍ਰਿਟਿਸ਼ ਗਵਰਨਮੈਂਟ ਦੇ ਅੰਡਰ ਸੀਗਾ, ਉਹ ਮਤਲਬ ਕਿ ਕੀ ਕਹਿ ਸਕਦੇ ਹਾਂ ਆਪਾਂ, ਉਹਦੇ ਵਿੱਚ ਆਪਾਂ ਨੂੰ ਇੰਨੇ ਅਧਿਕਾਰ ਨਹੀਂ ਮਿਲੇ। ਠੀਕ ਹੈ, ਕਿ ਸਾਰੇ ਅਡਲਟ ਵੋਟ ਕਰ ਸਕਣ ਅਤੇ ਨਾਲ ਲੋਕਾਂ ਦੀ ਪਾਰਟੀਸਪੇਸ਼ਨ ਦੇ ਵਿੱਚ ਸਿਰਫ ਕੁਛ ਚੁਣਿੰਦਾ ਲੀਡਰ ਸੀਗੇ ਜਿਹੜੇ ਉਹਦੇ ਵਿੱਚ ਆਪਣੀ ਰਾਏ ਰੱਖ ਸਕਦੇ ਸੀ। ਉਹਨਾਂ ਦੀ ਮੰਨਣੀ ਨਾ ਮੰਨਣੀ ਅੱਗੇ ਬ੍ਰਿਟਿਸ਼ ਗਵਰਨਮੈਂਟ ਦੀ ਮਰਜ਼ੀ ਸੀ। ਠੀਕ ਹੈ, ਐਜ਼ ਯੂ ਰੈਡ ਇਨ ਚੈਪਟਰ 1 ਦਾ ਐਕਸਪੀਰੀਅੰਸ ਆਫ colonial rule as well as the participation of different people in struggle for freedom left little doubt in the minds of the nationalists that all persons in independent India would be able to participate in making decisions। ਜਿਵੇਂ ਕਹਿੰਦੇ ਆਪਾਂ ਪਹਿਲੇ ਚੈਪਟਰ ਦੇ ਵਿੱਚ ਪੜ੍ਹਿਆ ਸੀਗਾ। ਠੀਕ ਹੈ, ਕਿ ਕਲੋਨੀਅਲ ਰੂਲ ਯਾਨੀ ਕਿ ਬ੍ਰਿਟਿਸ਼ ਦੇ ਰਾਜ ਦੇ ਅੰਦਰ, ਠੀਕ ਹੈ, ਅਲੱਗ-ਅਲੱਗ ਲੋਕਾਂ ਨੇ ਪਾਰਟੀਸਪੇਟ ਕੀਤਾ ਸਟਰਗਲ ਦੇ ਵਿੱਚ। ਠੀਕ ਹੈ, ਸੋ ਉਹਦੇ ਮਤਲਬ ਕਿ ਜਦੋਂ ਆਪਾਂ ਨੂੰ ਆਜ਼ਾਦੀ ਮਿਲੀ ਸਾਰੇ ਲੋਕਾਂ ਦਾ ਯੋਗਦਾਨ ਰਿਹਾ ਉਹਦੇ ਵਿੱਚ। ਸੋ ਜਿਹੜੇ ਨੈਸ਼ਨਲਿਸਟ ਸੀਗੇ ਆਪਣੇ ਮਤਲਬ ਕਿ ਮੂਹਰੇ ਆਗੂ ਸੀਗੇ ਜਿਹੜੇ ਨੇ ਅੱਗੇ ਹੋ ਕੇ ਲੜਾਈ ਲੜੀ ਹੈ ਨਾ ਆਜ਼ਾਦੀ ਦੀ, ਉਹਨਾਂ ਦੇ ਮਾਇੰਡ ਦੇ ਵਿੱਚ ਡਾਊਟ ਸੀਗਾ ਕਿ ਜੇ ਅੱਜ ਪਾਰਟੀਸਪੇਟ ਸਾਰੇ ਕਰ ਰਹੇ ਨੇ ਤਾਂ ਸਾਰੇ ਅੱਗੇ ਜਿਹੜਾ ਫਰੀ ਇੰਡੀਆ ਹੋਊਗਾ, ਆਜ਼ਾਦ ਭਾਰਤ ਹੋਊਗਾ, ਠੀਕ ਹੈ, ਉਹਦੇ ਵਿੱਚ ਉਹਨਾਂ ਸਾਰਿਆਂ ਨੂੰ ਡਿਸੀਜ਼ਨ ਮੇਕਿੰਗ ਦਾ ਵੀ ਹੱਕ ਮਿਲਣਾ ਚਾਹੀਦਾ। ਠੀਕ ਹੈ, ਕਿ ਸਾਰਿਆਂ ਦੀ ਰਾਏ ਮਤਲਬ ਪੁੱਛੀ ਜਾਣੀ ਚਾਹੀਦੀ ਹੈ, ਸਾਰੇ ਲੋਕਾਂ ਦੀ ਜਿਨ੍ਹਾਂ ਨੇ ਪਾਰਟੀਸਪੇਟ ਕੀਤਾ। ਜੇਕਰ ਮਤਲਬ ਕਿ ਅਲੱਗ-ਅਲੱਗ ਧਰਮ ਦੇ ਲੋਕ, ਅਲੱਗ-ਅਲੱਗ ਜਾਤਾਂ ਦੇ ਲੋਕ, ਠੀਕ ਹੈ, ਇਕੱਠੇ ਹੋ ਕੇ ਆਜ਼ਾਦੀ ਦੀ ਲੜਾਈ ਲੜ ਸਕਦੇ ਨੇ ਤਾਂ ਉਹ ਆਪਣਾ ਡਿਸੀਜ਼ਨ ਵੀ ਦੇ ਸਕਦੇ ਨੇ। ਠੀਕ ਹੈ, ਉਹਨਾਂ ਦੀ ਇਹ ਸੋਚ ਸੀ। ਵਿਦ ਦਾ ਕਮਿੰਗ ਆਫ
ਇੰਡੀਪੈਂਡੈਂਸ ਵੀ ਆਰ ਗਰੋਇੰਗ ਟੂ ਬੀ ਸਿਟੀਜ਼ਨਸ ਆਫ ਅ ਫਰੀ ਕੰਟਰੀ। ਜੇ ਆਜ਼ਾਦੀ ਮਿਲੂਗੀ ਤਾਂ ਸਾਰੇ ਇੱਕ ਆਜ਼ਾਦ ਭਾਰਤ ਦੇ ਮਤਲਬ ਆਜ਼ਾਦ ਦੇਸ਼ ਦੇ ਵਾਸੀ ਹੋ ਜਾਣਗੇ, ਠੀਕ ਹੈ। ਦਿਸ ਡਿਡ ਨਾਟ ਮੀਨ ਦੈਟ ਦ ਗਵਰਨਮੈਂਟ ਕੁਡ ਡੂ ਵਟ ਇਟ ਫੈਲਟ ਲਾਈਕ, ਇਟ ਮੀਨ ਦੈਟ ਦਾ ਗਵਰਨਮੈਂਟ ਹੈਡ ਟੂ ਬੀ ਸੈਂਸਿਟਿਵ ਟੂ ਪੀਪਲਸ ਨੀਡਸ ਐਂਡ ਡਿਮਾਂਡਸ। ਪਰ ਇਹਦਾ ਮਤਲਬ ਇਹ ਨਹੀਂ ਕਿ ਜਿਹੜੀ ਸਰਕਾਰ ਆਜ਼ਾਦ ਭਾਰਤ ਦੇ ਵਿੱਚ ਚੁਣੀ ਜਾਊਗੀ ਉਹ ਆਪਣੀ ਮਰਜ਼ੀ ਅਨੁਸਾਰ ਕੋਈ ਵੀ ਚੀਜ਼ ਬਣਾ ਦੇ, ਕੋਈ ਵੀ ਚੀਜ਼ ਮਤਲਬ ਰੂਲ ਬਣਾ ਦੇ, ਕੋਈ ਵੀ ਰੂਲ ਮਤਲਬ ਕਿ ਬੰਦ ਕਰ ਦੇਣ, ਹੈ ਨਾ। ਅਤੇ ਫਿਰ ਉਹਦਾ ਮਤਲਬ ਇਹ ਹੈਗਾ ਕਿ ਉਹਨੂੰ ਕੀ ਚਾਹੀਦਾ ਹੈਗਾ, ਸਰਕਾਰ ਨੂੰ ਜੋ ਵੀ ਬਣੂਗੀ ਆਜ਼ਾਦ ਭਾਰਤ ਦੇ ਵਿੱਚ, ਉਹਨੂੰ ਲੋਕਾਂ ਦੀਆਂ ਲੋੜਾਂ ਦੇ ਪ੍ਰਤੀ ਅਤੇ ਲੋਕਾਂ ਦੀਆਂ ਡਿਮਾਂਡਸ ਸੁਣਨੀਆਂ ਚਾਹੀਦੀਆਂ ਨੇ ਅਤੇ ਵਫਾਦਾਰ ਰਹਿਣਾ ਚਾਹੀਦਾ, ਹੈ ਨਾ, ਲੋਕਾਂ ਦੇ ਨਾਲ। ਦ ਡਰੀਮਸ ਐਂਡ ਐਸਪੀਰੇਸ਼ਨਸ ਆਫ ਦ ਫਰੀडम ਸਟਰਗਲਸ ਵਰ ਮੇਡ ਕੰਕਰੀਟ ਇਨ the constitution of independent India that laid down the principle of universal adult franchise, that is that all adult citizens of the country have right to vote। ਸੋ ਮਤਲਬ ਇਹ ਚੀਜ਼ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਆਪਣਾ ਕੀ ਬਣਿਆ, ਯੂਨੀਵਰਸਲ ਅਡਲਟ ਫਰੈਂਚਾਈਜ਼ੀ, ਯਾਨੀ ਕਿ ਜਿਹਦਾ ਮਤਲਬ ਸੀਗਾ ਕਿ ਸਾਰੇ ਅਡਲਟਸ ਨੂੰ ਵੋਟ ਪਾਉਣ ਦਾ ਅਧਿਕਾਰ ਹੈ, ਆਪਣਾ ਲੀਡਰ ਆਪ ਚੁਣਨ ਦਾ ਅਧਿਕਾਰ ਹੈ, ਠੀਕ ਹੈ। ਅਬਵ 18 ਸਾਰੇ ਜਿਹੜੇ ਲੋਕ ਨੇ, ਠੀਕ ਹੈ, ਅਡਲਟਸ ਹੋ ਗਏ, ਉਹਨਾਂ ਨੂੰ ਸਾਰਿਆਂ ਨੂੰ ਵੋਟ ਪਾਉਣ ਦਾ ਹੱਕ ਹੈ, ਠੀਕ ਹੈ। ਇਹ ਸੀਗਾ ਯੂਨੀਵਰਸਲ ਅਡਲਟ ਫਰੈਂਚਾਈਜ਼ੀ। ਪੀਪਲ ਐਂਡ ਦੇ ਰਿਪਰੈਜ਼ੈਂਟੇਟਿਵਸ, ਲੋਕ ਅਤੇ ਉਹਨਾਂ ਦੇ ਚੁਣੇ ਹੋਏ। ਰਿਪਰੈਜ਼ੈਂਟੇਟਿਵ ਕੌਣ ਹੁੰਦਾ ਗਾ, ਜਿਹੜਾ ਉਹਨਾਂ ਨੂੰ ਮਤਲਬ ਕਿ ਰਿਪਰੈਜ਼ੈਂਟ ਕਰਦਾ ਲੋਕਾਂ ਨੂੰ, ਹੈ ਨਾ। ਜਿਵੇਂ ਹੁਣ ਆਪਾਂ MP MLA ਚੁਣਦੇ ਹਾਂ, ਹੈ ਨਾ, ਇਹ ਆਪਣੇ ਰਿਪਰੈਜ਼ੈਂਟੇਟਿਵਸ ਨੇ, ਠੀਕ ਹੈ। ਆਪਾਂ ਕਿਹਨੂੰ ਚੁਣਦੇ ਹਾਂ ਅਤੇ ਆਪਣੀ ਗੱਲ ਕੌਣ ਕਿੱਥੇ ਜਾ ਕੇ ਆਪਾਂ ਨੂੰ ਰਿਪਰੈਜ਼ੈਂਟ ਕਰਦਾ ਹੈ ਇਨ ਪਾਰਲੀਮੈਂਟ, ਠੀਕ ਹੈ। ਦ ਟੇਕ ਆਫ ਪੁਆਇੰਟ ਫॉर ਡੈਮੋਕ੍ਰੇਸੀ ਇਜ਼ ਦ ਆਈਡੀਆ ਆਫ ਕੰਸੈਂਟ ਦੈਟ ਇਜ਼ ਦ ਡਿਜ਼ਾਇਰ ਅਪਰੂਵਲ ਐਂਡ ਪਾਰਟੀਸਪੇਸ਼ਨ ਆਫ ਪੀਪਲ। ਮੇਨ ਗੱਲ ਕਹਿੰਦੇ ਡੈਮੋਕ੍ਰੇਸੀ ਦੇ ਵਿੱਚ ਕੀ ਹੁੰਦੀ ਹੈਗੀ, ਆਈਡੀਆ ਆਫ ਕੰਸੈਂਟ, ਯਾਨੀ ਕਿ ਲੋਕਾਂ ਦੀ ਇੱਛਾ, ਲੋਕਾਂ ਦੀ ਮਰਜ਼ੀ ਅਤੇ ਲੋਕਾਂ ਦੀ ਪਾਰਟੀਸਪੇਸ਼ਨ, ਠੀਕ ਹੈ। ਅਪਰੂਵਲ ਯਾਨੀ ਕਿ ਕਿਹਨੂੰ ਅਪਰੂਵ ਹੁੰਦਾ, ਕੀ ਅਪਰੂਵ ਹੁੰਦਾ, ਹੈ ਨਾ ਬੰਦਾ। ਅਪਰੂਵਲ ਦਾ ਮੀਨਿੰਗ ਵੀ ਇੱਥੇ ਲਿਖਿਆ ਹੋਇਆ ਆਪਣੇ ਬਲੂ ਕਲਰ ਦੇ ਵਿੱਚ, ਇਸ ਨੂੰ ਨਹੀਂ ਸ਼ਾਇਦ ਵੈਸੇ ਹੀ ਹਾਈਲਾਈਟ ਕੀਤਾ ਹੋਇਆ। ਇਟ ਇਜ਼ ਦ ਡਿਸੀਜ਼ਨ ਆਫ ਪੀਪਲ ਦੈਟ ਕ੍ਰੀਏਟਸ ਅ ਡੈਮੋਕ੍ਰੇਟਿਕ ਗਵਰਨਮੈਂਟ ਐਂਡ ਡਿਸਾਈਡਸ ਅਬਾਊਟ ਇਟਸ ਫੰਕਸ਼ਨਿੰਗ। ਮਤਲਬ ਲੋਕਾਂ ਦੀ ਮਰਜ਼ੀ ਹੋਊਗੀ, ਲੋਕਾਂ ਦਾ ਡਿਸੀਜ਼ਨ ਹੁੰਦਾ ਜਿਹੜਾ ਕਿ ਇੱਕ ਡੈਮੋਕ੍ਰੇਟਿਕ ਗਵਰਨਮੈਂਟ ਨੂੰ ਬਣਾਉਂਦੇ ਨੇ, ਅਤੇ ਉਹਦੀ ਫੰਕਸ਼ਨਿੰਗ ਲੋਕ ਹੀ ਡਿਸਾਈਡ ਕਰਦੇ ਨੇ ਕਿ ਕਿਹੜੀ ਸਰਕਾਰ ਬਣੂਗੀ, ਕਿੱਦਾਂ ਇਹ ਮਤਲਬ ਚੱਲੂਗੀ, ਠੀਕ ਹੈ। ਦ ਬੇਸਿਕ ਆਈਡੀਆ ਇਨ ਦਿਸ ਕਾਈਂਡ ਆਫ ਡੈਮੋਕ੍ਰੇਸੀ ਇਜ਼ ਦੈਟ ਦ ਇੰਡੀਵਿਜੂਅਲ or the citizen is the most important person and that in principle the government as well as the other public institutions need to have the trust of these citizens। ਬੇਸਿਕ ਆਈਡੀਆ ਡੈਮੋਕ੍ਰੇਸੀ ਦੇ ਵਿੱਚ ਕੀ ਹੁੰਦਾ ਹੈਗਾ ਕਿ ਇੱਕ ਆਮ ਬੰਦਾ, ਠੀਕ ਹੈ, ਇਕੱਲਾ ਕਹਿਰਾ ਬੰਦਾ ਜਾਂ ਜਿਹੜਾ ਸਿਟੀਜ਼ਨ ਹੈ, ਠੀਕ ਹੈ, ਉਹ ਬਹੁਤ ਇਕੱਲੇ ਬੰਦੇ ਨੂੰ ਇੰਪੋਰਟੈਂਸ ਮਿਲਦੀ ਹੈ, ਠੀਕ ਹੈ, ਹਰ ਇੱਕ ਪਰਸਨ ਨੂੰ। ਅਤੇ ਇਹਦਾ ਪ੍ਰਿੰਸੀਪਲ ਮਤਲਬ ਕਿ ਇਕੱਲੇ ਪਰਸਨ ਦਾ ਟਰਸਟ ਜਿੱਤਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਆਪਣੇ ਜਿਹੜਾ ਸਰਕਾਰ ਦਾ ਨੁਮਾਇੰਦਾ, ਮਤਲਬ ਜਿਹਨੂੰ ਆਪਾਂ ਚੁਣਦੇ ਹਾਂ, ਠੀਕ ਹੈ, ਉਹਨੂੰ ਇਹ ਹੁੰਦਾ ਕਿ ਹਰ ਇੱਕ ਪਰਸਨ ਦਾ ਟਰਸਟ ਉਹਦੇ ਉੱਤੇ ਹੋਵੇ, ਫੇਰ ਹੀ ਜਾ ਕੇ ਮਤਲਬ ਉਹ ਇਲੈਕਸ਼ਨ ਵਿਨ ਕਰ ਸਕਦਾ, ਠੀਕ ਹੈ। ਹਾਊ ਡਜ਼ ਦਾ ਇੰਡੀਵਿਜੂਅਲ ਗਿਵ ਅਪਰੂਵਲ ਟੂ ਦ ਗਵਰਨਮੈਂਟ। ਇੰਡੀਵਿਜੂਅਲ ਕਿਵੇਂ ਅਪਰੂਵਲ ਦਿੰਦਾ, ਹੈ ਨਾ, ਕਿਵੇਂ ਪਰਮਿਸ਼ਨ। ਅਪਰੂਵਲ ਮਤਲਬ ਕਿ ਆਪਾਂ ਜਿੱਦਾਂ ਪਰਮਿਸ਼ਨ ਲੈਂਦੇ ਹਾਂ, ਹੈ ਨਾ, ਜਿੱਦਾਂ ਤੁਸੀਂ ਸਾਰੇ ਕਹਿੰਦੇ ਹੋ ਕਿ ਸਰ ਮੇ ਆਈ ਗੋ ਟੂ ਡਰਿੰਕ ਵਾਟਰ, ਉਹ ਅਪਰੂਵਲ ਹੈ ਨਾ। ਜਿੱਦਾਂ ਮਤਲਬ ਟੀਚਰ ਤੁਹਾਨੂੰ ਕਹਿੰਦਾ ਕਿ ਹਾਂ ਤੁਸੀਂ ਜਾ ਉਹ ਅਪਰੂਵਲ ਤੁਹਾਨੂੰ ਮਿਲਦਾ। ਅਤੇ ਉੱਦਾਂ ਹੀ ਮਤਲਬ ਆਪਣੀ ਸਰਕਾਰ ਦੇ ਵਿੱਚ ਹਰ ਇੱਕ ਇੰਡੀਵਿਜੂਅਲ ਮਤਲਬ ਇੱਕ ਪਰਸਨ ਕਿਵੇਂ ਅਪਰੂਵਲ ਦਿੰਦਾ ਸਰਕਾਰ ਨੂੰ। ਵਨ ਵੇ ਆਫ ਡੂਇੰਗ ਸੋ ਐਜ਼ ਯੂ ਰੀਡ ਇਜ਼ ਥਰੂ ਇਲੈਕਸ਼ਨਸ। ਪਹਿਲਾ ਇੱਕ ਤਰੀਕਾ ਤਾਂ ਹੈਗਾ ਥਰੂ ਇਲੈਕਸ਼ਨਸ, ਹੈ ਨਾ, ਇਕੱਲੇ ਪਰਸਨ ਦੀ ਵੋਟ ਪੈ ਕੇ ਫੇਰ ਕਾਊਂਟ ਕਰਕੇ, ਹੈ ਨਾ, ਫਿਰ ਉਸ ਤੋਂ ਬਾਅਦ ਜਾ ਕੇ ਗਵਰਨਮੈਂਟ ਫਾਰਮ ਹੁੰਦੀ ਹੈ। ਪੀਪਲ ਵੁੱਡ ਇਲੈਕਟ ਦੇਅਰ ਰਿਪਰੈਜ਼ੈਂਟੇਟਿਵਸ ਟੂ ਦ ਪਾਰਲੀਮੈਂਟ, ਦੈਨ ਵਨ ਗਰੁੱਪ ਫਰੋਮ ਅਮੰਗ ਦੀਜ਼ ਇਲੈਕਟਿਡ ਰਿਪਰੈਜ਼ੈਂਟੇਟਿਵਸ ਫਾਰਮਸ ਦ ਗਵਰਨਮੈਂਟ। ਹੁਣ ਪੀਪਲ ਇਲੈਕਟ ਕਰਦੇ ਨੇ, ਹੈ ਨਾ, ਰਿਪਰੈਜ਼ੈਂਟੇਟਿਵ ਪਾਰਲੀਮੈਂਟ, ਮਤਲਬ ਕਿ ਜਿੱਦਾਂ ਆਪਾਂ ਕਹਿ ਸਕਦੇ ਹਾਂ ਕਿ ਵੋਟਾਂ ਪੈਂਦੀਆਂ ਨੇ, ਹੈ ਨਾ, ਫਿਰ ਉਹਦੇ ਵਿੱਚੋਂ ਇੱਕ ਗਰੁੱਪ ਜਿਹੜੀਆਂ ਵੋਟਾਂ ਪੈਂਦੀਆਂ ਨੇ ਉਹਦੇ ਵਿੱਚੋਂ ਮੈਜੋਰਿਟੀ ਜਿਹਨੂੰ ਵੋਟਸ ਪੈਂਦੀਆਂ ਨੇ, ਹੈ ਨਾ, ਉਸ ਦੀ ਮਤਲਬ ਉਹ ਪਰਸਨ ਦਾ ਗਰੁੱਪ ਗਵਰਨਮੈਂਟ ਫਾਰਮ ਕਰਦਾ ਹੈਗਾ, ਸਰਕਾਰ ਬਣਾਉਂਦਾ ਹੈਗਾ। ਦ ਪਾਰਲੀਮੈਂਟ ਵਿਚ ਇਜ਼ ਮੇਡ ਅਪ ਆਫ ਆਲ ਰਿਪਰੈਜ਼ੈਂਟੇਟਿਵਸ ਟੂਗੈਦਰ ਕੰਟਰੋਲਸ ਐਂਡ ਗਾਈਡਸ ਦ ਗਵਰਨਮੈਂਟ। ਪਾਰਲੀਮੈਂਟ ਜਿਹੜਾ ਕਿ ਸਾਰੇ ਰਿਪਰੈਜ਼ੈਂਟੇਟਿਵ ਦਾ ਮਤਲਬ ਜੋੜ ਕੇ ਬਣਦਾ, ਹੈ ਨਾ, ਜਿੰਨੇ ਰਿਪਰੈਜ਼ੈਂਟੇਟਿਵ ਆਪਾਂ ਚੂਜ਼ ਕਰਦੇ ਹਾਂ, ਠੀਕ ਹੈ, ਕਿੰਨੇ ਹੀ MP MLAs ਬਣਦੇ ਨੇ, ਉਹਨਾਂ ਸਾਰਿਆਂ ਨੂੰ ਜੋੜ ਕੇ ਹੀ ਪਾਰਲੀਮੈਂਟ ਬਣਦਾ ਅਤੇ ਉਹੀ ਕੰਟਰੋਲ ਕਰਦਾ, ਉਹੀ ਗਾਈਡ ਕਰਦਾ ਗਵਰਨਮੈਂਟ ਨੂੰ ਕਿ ਕਿੱਦਾਂ ਕੰਮ ਕਰਨਾ, ਹੈ ਨਾ, ਲੋਕਾਂ ਦੇ ਪੱਖ ਵਾਸਤੇ। ਇਨ ਦਿਸ ਸੈਂਸ ਪੀਪਲ ਥਰੂ ਦੇਅਰ ਚੋਜ਼ਨ ਰਿਪਰੈਜ਼ੈਂਟੇਟਿਵਸ ਫਾਰਮ ਦ ਗਵਰਨਮੈਂਟ ਐਂਡ ਆਲਸੋ ਕੰਟਰੋਲ ਇਟ। ਇਹ ਸੈਂਸ ਦੇ ਵਿੱਚ ਕਹਿੰਦੇ ਜਿਹੜਾ ਆਪਾਂ ਚੂਜ਼ ਕੀਤਾ ਰਿਪਰੈਜ਼ੈਂਟੇਟਿਵ ਉਹੀ ਸਰਕਾਰ ਬਣਾਉਂਦਾ ਅਤੇ ਉਹੀ ਉਹਨੂੰ ਕੰਟਰੋਲ ਕਰਦਾ। ਮਤਲਬ ਕਿ ਜਿਹੜਾ ਆਪਾਂ ਚੂਜ਼ ਕੀਤਾ, ਠੀਕ ਹੈ, ਸੋ ਆਪਣੀ ਇਕੱਲੇ ਪਰਸਨ ਦੀ ਅਪਰੂਵਲ ਤੋਂ ਬਾਅਦ ਹੀ ਸਰਕਾਰ ਬਣਦੀ ਹੈ, ਬਾਅਦ ਹੀ MP MLA ਜਾਂ ਆਪਣਾ ਲੀਡਰ ਜੋ ਵੀ ਆਪਾਂ ਚੂਜ਼ ਕਰਦੇ ਹਾਂ ਉਹ ਬਣਦਾ ਗਾ, ਠੀਕ ਹੈ। ਕਿਸੇ ਖਾਸ ਪੋਜੀਸ਼ਨ ਦੇ ਉੱਤੇ ਜਾ ਕੇ ਉਹ ਗਵਰਨਮੈਂਟ ਨੂੰ ਰਨ ਕਰਨ ਦੇ ਵਿੱਚ ਹੈਲਪ ਕਰਦਾ।
The above idea of representation has been an important theme in your class 6th or 7th social and political life textbooks. You are familiar with how representatives are chosen at different levels of government. Let us recall these ideas by doing the following exercise. ਇਹ ਰਹਿਣ ਦਿਓ ਤੁਸੀਂ ਆ ਫੋਟੋ ਬਾਰੇ ਆਪਾਂ ਗੱਲ ਕਰ ਲੈਂਦੇ ਹਾਂ. This photo shows election staff using an elephant to carry polling material and EVMs to polling station located in different terrain. ਇਹਨਾਂ ਦੇ ਹੱਥ ਦੇ ਵਿੱਚ ਕੀ ਹੈ ਹੈ ਨਾ, ਇਹ ਕੀ ਹੈ, EVM ਮਸ਼ੀਨਸ ਨੇ, ਇਲੈਕਟ੍ਰੋਨਿਕ ਵੋਟਿੰਗ ਮਸ਼ੀਨਸ, ਜਿਹੜੀਆਂ ਮਸ਼ੀਨਾਂ ਦੇ ਦੁਆਰਾ ਵੋਟਿੰਗ ਹੁੰਦੀ ਹੈ ਨਾ, ਉਹ ਮਸ਼ੀਨਸ ਨੇ. ਅਤੇ ਇਹ ਐਲੀਫੈਂਟ ਦੇ ਉੱਤੇ ਕਿਉਂ ਟਰੈਵਲ ਕਰ ਰਹੇ ਨੇ? ਕਿਉਂਕਿ ਇਹ ਏਰੀਆ ਇੱਦਾਂ ਦਾ ਹੈ ਜਿੱਥੇ ਮਤਲਬ ਕਿ ਕੋਈ ਵਹੀਕਲ ਦੇ ਉੱਤੇ ਆਪਾਂ ਨਹੀਂ ਜਾ ਸਕਦੇ, ਠੀਕ ਹੈ, ਕਾਰ ਮੋਟਰਸਾਈਕਲ ਜਾਂ ਆਪਾਂ ਇੱਦਾਂ ਦੀਆਂ ਚੀਜ਼ਾਂ ਦੇ ਉੱਤੇ ਨਹੀਂ ਟਰੈਵਲ ਕਰ ਸਕਦੇ. ਉੱਥੇ ਫਿਰ ਐਲੀਫੈਂਟ ਦਾ ਜਾਂ ਮਤਲਬ ਕਿਸੇ ਐਨੀਮਲ ਦਾ ਦੀ ਹੈਲਪ ਲੈ ਕੇ ਇਹ ਉੱਥੇ EVMs ਨੂੰ ਪਹੁੰਚਾ ਰਹੇ ਨੇ. ਠੀਕ ਹੈ, ਨੈਕਸਟ ਪੇਜ 'ਤੇ ਆ ਜੀ ਆਪਾਂ. ਆ ਦੇਖੋ, ਇਹ ਆਪਣਾ ਪਾਰਲੀਮੈਂਟ ਹਾਊਸ ਹੈ. ਠੀਕ ਹੈ ਬੱਚੇ, ਇਹ ਆਪਣੇ ਹਾਊਸਿਸ ਨੇ, ਰਾਜ ਸਭਾ, ਲੋਕ ਸਭਾ. ਠੀਕ ਹੈ ਜੀ, ਹੁਣ ਆਪਾਂ ਪੜ੍ਹਾਂਗੇ ਦ ਰੋਲ ਆਫ ਦ ਪਾਰਲੀਮੈਂਟ. Created after 1947, the Indian Parliament is an expression of the faith that the people of India have in principles of democracy. 1947 ਤੋਂ ਬਾਅਦ ਇੰਡੀਅਨ ਪਾਰਲੀਮੈਂਟ ਦੀ ਫਾਰਮੇਸ਼ਨ ਹੋਈ. ਠੀਕ ਹੈ, ਕ੍ਰੀਏਟ ਕੀਤਾ ਗਿਆ. ਮਤਲਬ ਕਿ ਇੰਡੀਅਨ ਪਾਰਲੀਮੈਂਟ ਕੀ ਹੈਗਾ? ਲੋਕਾਂ ਦੀ ਵਿਸ਼ਵਾਸ ਦਾ ਚਿੰਨ੍ਹ ਹੈ. ਠੀਕ ਹੈ, ਇੱਕ ਮਤਲਬ ਕਿ ਲੋਕ ਵਿਸ਼ਵਾਸ ਕਰਕੇ ਸਰਕਾਰ ਚੁਣਦੇ ਨੇ, ਜਿਹੜੀ ਕਿ ਇੰਡੀਆ ਦੇ ਡੈਮੋਕ੍ਰੇਸੀ ਦਾ ਮੇਨ ਪ੍ਰਿੰਸੀਪਲ ਹੈ. ਠੀਕ ਹੈ, ਜਿਹਦੇ ਬੇਸ 'ਤੇ ਸਰਕਾਰ ਬਣਦੀ ਹੈ. ਦੀਜ਼ ਆਰ ਦਾ ਪਾਰਟੀਸਪੇਸ਼ਨ ਬਾਏ ਪੀਪਲ ਇਨ ਦਾ ਡਿਸੀਜਨ ਮੇਕਿੰਗ ਪ੍ਰੋਸੈਸ ਐਂਡ ਗਵਰਨਮੈਂਟ ਬਾਏ ਕੰਸੈਂਟ. ਪੀਪਲ ਪਾਰਟੀਸਪੇਸ਼ਨ ਬਾਏ ਪੀਪਲ ਮਤਲਬ ਕਿ ਪੀਪਲ ਪਾਰਟੀਸਪੇਟ ਕਰਦੇ ਨੇ ਇਲੈਕਸ਼ਨ ਦੇ ਵਿੱਚ ਅਤੇ ਡਿਸੀਜਨ ਮੇਕਿੰਗ ਪ੍ਰੋਸੈਸ ਦੇ ਵਿੱਚ, ਅਤੇ ਸਰਕਾਰ ਕੀ ਕਰਦੀ ਹੈ? ਉਹਦੇ ਬੇਸਿਸ 'ਤੇ ਹੀ ਰਨ ਕਰਦੀ ਹੈ. ਦਾ ਪਾਰਲੀਮੈਂਟ ਇਨ ਆਰ ਸਿਸਟਮ ਹੈਜ਼ ਇਮੈਂਸ ਪਾਵਰਸ ਦੈਟ ਇਟ ਇਜ਼ ਦਾ ਰਿਪਰੈਜ਼ੈਂਟੇਟਿਵ ਆਫ ਦਾ ਪੀਪਲ. ਪਾਰਲੀਮੈਂਟ ਕੋਲ ਬਹੁਤ ਜ਼ਿਆਦਾ ਪਾਵਰ ਹੁੰਦੀ ਹੈ. ਠੀਕ ਹੈ, ਆਪਣੇ ਰੂਲਸ ਐਂਡ ਰੈਗੂਲੇਸ਼ਨਸ ਆਪਣੇ ਪਾਰਲੀਮੈਂਟ ਹੀ ਕੰਟਰੋਲ ਕਰਦਾ ਗਾ. ਅਤੇ ਉਹ ਸਾਰਾ ਕੁਛ ਕਿਉਂ ਆਗਾ? ਕਿਉਂਕਿ ਉਹ ਰਿਪਰੈਜ਼ੈਂਟੇਟਿਵ ਹੈ ਆਪਣੇ ਲੋਕਾਂ ਦਾ, ਮਤਲਬ ਕਿ ਲੋਕਾਂ ਨੂੰ ਰਿਪਰੈਜ਼ੈਂਟ ਕਰਦਾ. ਠੀਕ ਹੈ, ਲੋਕਾਂ ਨੇ ਹੀ ਪਾਰਲੀਮੈਂਟ ਕ੍ਰੀਏਟ ਕੀਤਾ ਗਾ. ਇਲੈਕਸ਼ਨਸ ਟੂ ਦਾ ਪਾਰਲੀਮੈਂਟ ਆਰ ਹੈਲਡ ਇਨ ਅ ਸਿਮਿਲਰ ਮੈਨਰ ਐਜ਼ ਦੇ ਆਰ ਫੋਰ ਦਾ ਸਟੇਟ ਲੈਜਿਸਲੇਚਰ. ਇਲੈਕਸ਼ਨਸ ਜਿਹੜੇ ਪਾਰਲੀਮੈਂਟ ਮਤਲਬ ਪਾਰਲੀਮੈਂਟ ਦੇ ਵਿੱਚ ਜੋ ਲੋਕ ਜਾ ਕੇ ਆਪਣੇ ਰਿਪਰੈਜ਼ੈਂਟੇਟਿਵ ਹੁੰਦੇ ਬੈਠਦੇ ਨੇ, ਉਹ ਸੇਮ ਮੈਨਰ ਦੇ ਵਿੱਚ ਕਰਦੇ ਨੇ. ਮਤਲਬ ਕਿ ਸੇਮ ਮੈਨਰ ਦੇ ਵਿੱਚ ਇਲੈਕਸ਼ਨਸ ਕੰਡਕਟ ਕਰਾਏ ਜਾਂਦੇ ਨੇ ਜਿੱਦਾਂ ਕਿ ਸਟੇਟ ਲੈਜਿਸਲੇਚਰ ਦੇ ਵਿੱਚ. ਪਾਰਲੀਮੈਂਟ ਦੇ ਵਿੱਚ ਵੀ ਇਲੈਕਸ਼ਨਸ ਹੁੰਦੇ ਨੇ, ਹੈ ਨਾ, ਆਪਾਂ ਕਹਿ ਦਿੰਦੇ ਹਾਂ ਵੀ ਵੋਟਿੰਗ ਸਿਸਟਮ ਹੁੰਦਾ ਗਾ. ਦ ਲੋਕ ਸਭਾ ਇਜ਼ ਯੂਜ਼ੂਲੀ ਇਲੈਕਟਿਡ ਵੰਸ ਐਵਰੀ 5 years. ਲੋਕ ਸਭਾ ਦੇ ਇਲੈਕਸ਼ਨਸ ਕਦੋਂ ਹੁੰਦੇ ਨੇ? ਹਰ 5 ਸਾਲ ਬਾਅਦ. The country is divided into numerous constituencies as shown in map on page 41. Each of these constituencies elects one person to the parliament. The candidates who contest elections usually belong to different political parties. ਹੁਣ ਆਪਾਂ ਸਾਰੇ ਦੇਖਦੇ ਹਾਂ ਨਾ, ਅਲੱਗ-ਅਲੱਗ ਪਾਰਟੀਜ਼ ਹੁੰਦੀਆਂ ਨੇ ਜਿਹੜੀਆਂ ਕਿ ਇਲੈਕਸ਼ਨ ਦੇ ਵਿੱਚ ਪਾਰਟੀਸਪੇਟ ਕਰਦੀਆਂ ਨੇ. ਅਤੇ ਮੰਨ ਲਓ ਇੱਕ ਪੰਜਾਬ ਦੇ ਵਿੱਚ ਆਪਾਂ ਪੰਜਾਬ ਦੀ ਗੱਲ ਕਰ ਲਈਏ, ਪੰਜਾਬ ਨੂੰ ਡਿਫਰੈਂਟ ਕੌਂਸਟੀਟੂਐਂਸੀਜ਼ ਮਤਲਬ ਕਿ ਜਿੱਦਾਂ ਜ਼ਿਲ੍ਹੇ ਹੋ ਗਏ ਹੈ ਨਾ, ਅਤੇ ਬਲਾਕ ਪੱਧਰ 'ਤੇ ਮਤਲਬ ਕਿ ਏਰੀਆ ਡਿਵਾਈਡ ਕੀਤਾ ਹੁੰਦਾ ਗਾ. ਜਿਵੇਂ ਇਲੈਕਸ਼ਨਸ ਕੰਡਕਟ ਕਰਵਾਏ ਜਾਂਦੇ ਨੇ, ਹਰ ਇੱਕ ਕੌਂਸਟੀਟੂਐਂਸੀ ਤੋਂ ਇੱਕ ਪਰਸਨ ਆਪਣਾ ਸਟੈਂਡ ਕਰਦਾ ਗਾ ਨਾ, ਇਲੈਕਸ਼ਨਸ ਦੇ ਵਿੱਚ ਖੜ੍ਹਾ ਹੁੰਦਾ ਗਾ. ਅਤੇ ਉਸ ਤੋਂ ਬਾਅਦ ਵੋਟਿੰਗ ਕਰਵਾਈ ਜਾਂਦੀ ਹੈ, ਅਤੇ ਜਿਹੜਾ ਮੈਕਸੀਮਮ ਵੋਟਸ ਜਿਹਨੂੰ ਮਿਲਦੀਆਂ ਨੇ ਅਤੇ ਉਹ ਪਰਸਨ ਵਿਨਰ ਹੁੰਦਾ ਗਾ. ਠੀਕ ਹੈ, once elected these candidates become members of parliaments or MPs. These MPs together make up the parliament. ਇੱਕ ਵਾਰ ਇਲੈਕਟ ਕਰਨ ਤੋਂ ਬਾਅਦ ਇਹ ਕੈਂਡੀਡੇਟਸ ਜਿਹੜੇ ਮਤਲਬ ਕਿ ਜਦੋਂ ਜਿੱਤ ਜਾਂਦੇ ਨੇ ਹੈ ਨਾ, ਉਸ ਤੋਂ ਬਾਅਦ ਕੀ ਬਣਦੇ ਨੇ? ਮੈਂਬਰ ਆਫ ਪਾਰਲੀਮੈਂਟ, ਜਿਹਨੂੰ ਆਪਾਂ MP ਕਹਿੰਦੇ ਹਾਂ ਹੈ ਨਾ. ਦੀਜ਼ MPs ਟੂਗੈਦਰ ਮੇਕਅਪ ਪਾਰਲੀਮੈਂਟ. ਇਹਨਾਂ MPs ਨੂੰ ਮਤਲਬ ਕਿ ਕਲੈਕਟਿਵਲੀ ਆਪਾਂ ਕੀ ਕਹਿੰਦੇ ਹਾਂਗੇ? ਪਾਰਲੀਮੈਂਟ. ਵੰਸ ਇਲੈਕਸ਼ਨਸ ਟੂ ਦਾ ਪਾਰਲੀਮੈਂਟ ਹੈਵ ਟੇਕਨ ਪਲੇਸ ਦਾ ਪਾਰਲੀਮੈਂਟ ਨੀਡਸ ਟੂ ਪਰਫੋਰਮ ਦਾ ਫੋਲੋਇੰਗ ਫੰਕਸ਼ਨਸ. ਜਦੋਂ ਇੱਕ ਵਾਰ ਪਾਰਲੀਮੈਂਟ ਫੋਰਮ ਹੋ ਗਿਆ ਹੈ ਨਾ, ਉਸ ਤੋਂ ਬਾਅਦ ਉਹਨੂੰ ਕੀ ਕਰਨਾ ਪੈਂਦਾ ਆਪਾਂ ਪੜ੍ਹਦੇ ਹਾਂ. ਸਭ ਤੋਂ ਪਹਿਲਾਂ ਟੂ ਸਿਲੈਕਟ ਦਾ ਨੈਸ਼ਨਲ ਗਵਰਨਮੈਂਟ. ਹੁਣ ਉਹਦੀ ਜ਼ਿੰਮੇਵਾਰੀ ਹੈ ਕਿ ਨੈਸ਼ਨਲ ਗਵਰਨਮੈਂਟ ਨੂੰ ਸਿਲੈਕਟ ਕਰੇ. ਪਾਰਲੀਮੈਂਟ ਆਫ ਇੰਡੀਆ ਕੰਸਿਸਟਸ ਆਫ ਦਾ ਪ੍ਰੈਜ਼ੀਡੈਂਟ, ਦਾ ਰਾਜ ਸਭਾ ਐਂਡ ਦਾ ਲੋਕ ਸਭਾ. ਪਾਰਲੀਮੈਂਟ ਇੰਡੀਆ ਦੇ ਪਾਰਲੀਮੈਂਟ ਦੇ ਵਿੱਚ ਕਿਹੜੇ ਹਾਊਸਿਸ ਹੁੰਦੇ ਨੇ? ਇੱਕ ਤਾਂ ਪ੍ਰੈਜ਼ੀਡੈਂਟ ਹੀ ਹੁੰਦਾ, ਠੀਕ ਹੈ, ਅਤੇ 2 ਹਾਊਸਿਸ ਹੁੰਦੇ ਨੇਗੇ, ਰਾਜ ਸਭਾ ਅਤੇ ਲੋਕ ਸਭਾ. ਆਫਟਰ ਦਾ ਲੋਕ ਸਭਾ ਇਲੈਕਸ਼ਨਸ, ਲੋਕ ਸਭਾ ਇਲੈਕਸ਼ਨ ਦੇ ਥਰੂ ਆਪਾਂ MP ਕੰਡਕਟ ਕਰ ਲਏ ਹੈ ਨਾ, MP ਇਲੈਕਟ ਹੋ ਗਏ ਆਪਣੇ. ਅ ਲਿਸਟ ਇਜ਼ ਪ੍ਰੀਪੇਅਰਡ ਸ਼ੋਇੰਗ ਹਾਊ ਮੈਨੀ MPs ਬਿਲੋਂਗ ਟੂ ਈਚ ਪੋਲੀਟੀਕਲ ਪਾਰਟੀ. ਇੱਕ ਲਿਸਟ ਤਿਆਰ ਕੀਤੀ ਜਾਂਦੀ ਹੈ ਕਿ ਕਿਸੇ ਪਾਰਟੀ ਦੇ ਕਿੰਨੇ MP ਨੇ ਹੈ ਨਾ, ਹਰ ਇੱਕ ਪਾਰਟੀ ਦੇ MPs ਦੀ ਲਿਸਟ ਤਿਆਰ ਕੀਤੀ ਜਾਂਦੀ ਹੈ. ਫੋਰ ਅ ਪੋਲੀਟੀਕਲ ਪਾਰਟੀ ਟੂ ਫੋਰਮ ਦਾ ਗਵਰਨਮੈਂਟ ਦੇ ਮਸਟ ਹੈਵ ਅ ਮੈਜੋਰਿਟੀ ਆਫ ਇਲੈਕਟਿਡ MPs.
ਕਿਸੇ ਪੋਲੀਟੀਕਲ ਵਾਸਤੇ ਜੇ ਸਰਕਾਰ ਬਣਾਉਣ ਦੀ ਗੱਲ ਕਰੀਏ ਆਪਾਂ ਤਾਂ ਉਹਦੇ ਕੋਲ ਮੈਕਸੀਮਮ ਮਤਲਬ ਮੈਜੋਰਿਟੀ ਹੋਣੀ ਚਾਹੀਦੀ ਆ, ਉਹਦੇ ਵੱਧ ਮੋਰ ਦੈਨ ਹਾਫ, ਠੀਕ ਹੈ, ਜਿੰਨੇ ਐਮਪੀਸ ਉੱਥੇ ਚੁਣੇ ਹੁੰਦੇ ਨੇ ਮੋਰ ਦੈਨ ਹਾਫ ਐਮਪੀਸ ਉਹਦੇ ਆਪਣੇ ਹੋਣੇ ਚਾਹੀਦੇ ਨੇ, ਠੀਕ ਹੈ, ਕਿਸੇ ਪਾਰਟੀ ਦੇ। ਸਿੰਸ ਦੇਅਰ ਆਰ 543 ਇਲੈਕਟਿਡ ਮੈਂਬਰਸ ਇਨ ਲੋਕ ਸਭਾ ਟੂ ਹੈਵ ਮੈਜੋਰਿਟੀ ਅ ਪਾਰਟੀ ਸ਼ੁੱਡ ਹੈਵ ਐਟ ਲੀਸਟ ਹਾਫ ਦਾ ਨੰਬਰ ਦੈਟ ਇਜ਼ 272 ਮੈਂਬਰਸ ਔਰ ਮੋਰ। ਹੁਣ 543 ਇਲੈਕਟਿਡ ਹੁੰਦੇ ਨੇ, ਠੀਕ ਹੈ, ਜਿਹੜੇ ਇਲੈਕਸ਼ਨਸ ਦੇ ਥਰੂ ਆਏ ਹੁੰਦੇ ਨੇ। 2 ਕੀ ਹੁੰਦੇ ਨੇਗੇ ਐਂਗਲੋ ਇੰਡੀਅਨ ਉਹ ਨੋਮੀਨੇਟ ਕੀਤੇ ਜਾਂਦੇ ਨੇ ਆਪਣੇ ਪ੍ਰੈਜ਼ੀਡੈਂਟ ਦੇ ਦੁਆਰਾ, ਠੀਕ ਹੈ, ਉਹਨਾਂ ਨੂੰ ਆਪਾਂ ਨਹੀਂ ਕੰਸੀਡਰ ਕਰਾਂਗੇ ਇੱਥੇ। ਅਤੇ 543 ਹੁੰਦੇ ਨੇ ਜਿਹੜੇ ਇਲੈਕਸ਼ਨਸ ਦੇ ਥਰੂ ਲੋਕ ਸਭਾ ਦੇ ਵਿੱਚ ਆਏ ਹੁੰਦੇ ਨੇ। ਸੋ ਆਪਣੀ ਸਰਕਾਰ ਬਣਾਉਣ ਦੇ ਵਾਸਤੇ 543 ਦਾ ਹਾਫ ਤੋਂ ਇੱਕ ਮਿਨੀਮਮ 1% ਜ਼ਿਆਦਾ ਹੋਣਾ ਚਾਹੀਦਾ, ਠੀਕ ਹੈ। ਸੋ ਐਟਲੀਸਟ ਹਾਫ ਮਤਲਬ ਕਿੰਨੇ ਹੋਣੇ ਚਾਹੀਦੇ 272 ਜਾਂ ਇਸ ਤੋਂ ਵੱਧ ਮੈਂਬਰ ਐਮਪੀ ਜਿਹੜੀ ਵੀ ਪਾਰਟੀ ਦੇ ਹੋਣਗੇ, ਠੀਕ ਹੈ, ਉਹ ਸਰਕਾਰ ਫਾਰਮ ਕਰੇਗੀ, ਠੀਕ ਹੈ, ਗਵਰਨਮੈਂਟ ਫਾਰਮ ਕਰੂਗੀ। The opposition in parliament is formed by all the political parties that oppose the majority party coalition formed. The largest amongst these parties is called opposition party. ਹੁਣ ਮੰਨ ਲਓ ਇੱਕ ਪਾਰਟੀ ਦੀ ਸਰਕਾਰ ਬਣ ਗਈ, ਠੀਕ ਹੈ, ਜਿਹੜੇ ਹੁਣ ਬਚ ਗਏ, ਜਿਹੜੇ ਐਮਪੀ ਬਚ ਗਏ ਉਹ ਕਿਹੜੀਆਂ ਪਾਰਟੀਜ਼ ਦੇ ਨੇ, ਠੀਕ ਹੈ, ਕੋਈ ਮਤਲਬ ਕਿ 3 ਜਾਂ 4 ਪਾਰਟੀਜ਼ ਨੇ ਮੰਨ ਲਓ, ਹੈ ਨਾ, ਫੋਰ ਐਗਜ਼ਾਮਪਲ। ਉਹਦੇ ਵਿੱਚ ਜਿਹੜੀਆਂ ਮਤਲਬ ਕਿ ਵਿਰੋਧੀ ਧਿਰ ਕੌਣ ਬਣੂਗੀ, ਓਪੋਜੀਸ਼ਨ ਪਾਰਟੀ ਕਿਹੜੀ ਬਣੂਗੀ, ਜਿਹੜੀ ਪਾਰਟੀ ਦੇ ਉਹਨਾਂ ਦੇ ਵਿੱਚੋਂ ਸਭ ਤੋਂ ਵੱਧ ਮੈਂਬਰ ਹੋਣਗੇ, ਠੀਕ ਹੈ, ਐਮਪੀਸ ਜਿਹੜੀ ਪਾਰਟੀ ਦੇ ਹੋਣਗੇ ਉਹ ਪਾਰਟੀ ਕਿਹੜੀ ਬਣ ਜੂਗੀ, ਓਪੋਜੀਸ਼ਨ ਪਾਰਟੀ। ਵਨ ਆਫ ਦਾ ਮੋਸਟ ਇੰਪੋਰਟੈਂਟ ਫੰਕਸ਼ਨ ਆਫ ਦਾ ਲੋਕ ਸਭਾ ਇਜ਼ ਟੂ ਸਿਲੈਕਟ ਦਾ ਐਗਜ਼ੀਕਿਊਟਿਵ। ਐਗਜ਼ੀਕਿਊਟਿਵ ਮਤਲਬ ਐਗਜ਼ੀਕਿਊਟ ਕੌਣ ਕਰੂਗਾ, ਠੀਕ ਹੈ, ਆਪਣੇ ਲੋਕ ਸਭਾ ਨੂੰ। ਦ ਐਗਜ਼ੀਕਿਊਟਿਵ ਐਜ਼ ਯੂ ਰੈਡ ਇਨ ਚੈਪਟਰ 1 ਇਜ਼ ਅ ਗਰੁੱਪ ਆਫ ਪਰਸਨ ਹੂ ਵਰਕ ਟੂਗੈਦਰ ਟੂ ਇੰਪਲੀਮੈਂਟ ਦਾ ਲਾਜ਼ ਮੇਡ ਬਾਏ ਪਾਰਲੀਮੈਂਟ। ਹੁਣ ਐਗਜ਼ੀਕਿਊਟਿਵ ਕੌਣ ਹੈਗਾ, ਇੱਕ ਕੁਛ ਪਰਸਨਸ ਦਾ ਗਰੁੱਪ ਹੈ ਜਿਹੜਾ ਕਿ ਇਕੱਠਾ ਕੰਮ ਕਰਦਾ ਹੈ ਕਿ ਲਾਅ ਇੰਪਲੀਮੈਂਟ, ਜਿਹੜਾ ਕੋਈ ਲਾਅ ਮਤਲਬ ਕਿ ਬਣਦਾ ਹੈ ਨਾ ਆਪਣੇ ਪਾਰਲੀਮੈਂਟ ਦੇ ਵਿੱਚ, ਉਹਨੂੰ ਇੰਪਲੀਮੈਂਟ ਕਿੱਦਾਂ ਕਰਨਾ, ਲੋਕਾਂ ਦੇ ਵਿੱਚ ਕਿਵੇਂ ਇੰਪਲੀਮੈਂਟ ਕਰਨਾ ਹੈਗਾ, ਉਹ ਮਤਲਬ ਕਿ ਜਿਹੜਾ ਇਸ ਚੀਜ਼ ਦੇ ਉੱਤੇ ਵਰਕ ਕਰਦਾ ਉਹਨੂੰ ਆਪਾਂ ਕਹਿੰਦੇ ਹਾਂ ਐਗਜ਼ੀਕਿਊਟਿਵ। ਦਿਸ ਐਗਜ਼ੀਕਿਊਟਿਵ ਇਜ਼ ਆਫਨ ਵਟ ਵੀ ਹੈਵ ਇਨ ਮਾਈਂਡ ਐਂਡ ਵੈਨ ਵੀ ਯੂਜ਼ ਦਾ ਟਰਮ ਗਵਰਨਮੈਂਟ। ਦ ਪ੍ਰਾਈਮ ਮਿਨਿਸਟਰ ਆਫ ਇੰਡੀਆ ਇਜ਼ ਦ ਲੀਡਰ ਆਫ ਦ ਰੂਲਿੰਗ ਪਾਰਟੀ ਇਨ ਦ ਲੋਕ ਸਭਾ। ਪ੍ਰਾਈਮ ਮਿਨਿਸਟਰ ਕੌਣ ਹੁੰਦਾ ਗਾ, ਹੈੱਡ ਹੁੰਦਾ ਜਿਹੜੀ ਪਾਰਟੀ ਦੇ ਜਾਂ 272 ਜਾਂ ਇਸ ਤੋਂ ਵੱਧ ਐਮਪੀਸ ਹੁੰਦੇ ਨੇ, ਠੀਕ ਹੈ, ਉਹ ਪਾਰਟੀ ਦਾ ਹੈੱਡ ਕੌਣ ਹੁੰਦਾ ਗਾ, ਪ੍ਰਾਈਮ ਮਿਨਿਸਟਰ ਬਣ ਜਾਂਦਾ ਗਾ ਆਪਣੇ ਇੰਡੀਆ ਦਾ। ਫਰੋਮ ਦ ਐਮਪੀਸ ਹੂ ਬਿਲੋਂਗ ਟੂ ਹਰ ਪਾਰਟੀ the prime minister selects ministers to work with her to implement decisions। ਜਿਹੜੇ ਐਮਪੀ ਹੈ ਨਾ ਉਹਦੀ ਪਾਰਟੀ ਨੂੰ ਬਿਲੋਂਗ ਕਰਦੇ ਨੇ ਪ੍ਰਾਈਮ ਮਿਨਿਸਟਰ ਦੀ ਨੂੰ, ਪ੍ਰਾਈਮ ਮਿਨਿਸਟਰ ਫਿਰ ਕੀ ਕਰਦਾ ਗਾ, ਉਹਨਾਂ ਦੇ ਵਿੱਚੋਂ ਕੁਛ ਮਿਨਿਸਟਰਸ ਸਿਲੈਕਟ ਕਰ ਲੈਂਦਾ, ਠੀਕ ਹੈ, ਉਹਨਾਂ ਨੂੰ ਵੱਖ-ਵੱਖ ਮਿਨਿਸਟਰੀਜ਼ ਪ੍ਰੋਵਾਈਡ ਕਰ ਦਿੰਦਾ ਕਿ ਹਾਂ ਜਿੱਦਾਂ ਆਪਣੇ ਕੀ ਹੁੰਦਾ ਗਾ ਮਹਿਕਮੇ ਹੈ ਨਾ ਡਿਵਾਈਡ ਨਹੀਂ ਹੋ ਜਾਂਦੇ, ਜਿੱਦਾਂ ਕਿ ਰੇਲਵੇ ਮਹਿਕਮਾ ਕਿਸੇ ਨੂੰ ਦੇਤਾ, ਠੀਕ ਹੈ, ਅਤੇ ਆਪਣਾ ਜਿਹੜਾ ਬਜਟ ਵਾਲਾ ਮਹਿਕਮਾ ਹੈ, ਠੀਕ ਹੈ, ਉਹ ਕਿਸੇ ਨੂੰ, ਮਤਲਬ ਇੱਦਾਂ ਡਿਫਰੈਂਟ ਮਿਨਿਸਟਰਸ ਨੂੰ ਅਪੁਆਇੰਟ ਕੀਤਾ ਜਾਂਦਾ ਗਾ, ਅਪੁਆਇੰਟ ਕਰ ਦਿੰਦੇ ਨੇਗੇ। ਥੀਸ ਮਿਨਿਸਟਰਸ ਦੈਨ ਟੇਕ ਚਾਰਜ ਆਫ ਡਿਫਰੈਂਟ ਏਰੀਆਸ ਆਫ ਗਵਰਨਮੈਂਟ ਫੰਕਸ਼ਨਿੰਗ ਲਾਈਕ ਹੈਲਥ, ਐਜੂਕੇਸ਼ਨ, ਫਾਈਨੈਂਸ, ਹੈ ਨਾ। ਫਿਰ ਇਹਨਾਂ ਦੇ ਕੋਲੇ ਚਾਰਜ ਕਿਹਦਾ ਚਲਾ ਜਾਂਦਾ, ਅਲੱਗ-ਅਲੱਗ ਗਵਰਨਮੈਂਟ ਫੰਕਸ਼ਨਿੰਗ ਏਰੀਆਸ ਹੁੰਦੇ ਨੇ, ਜਿੱਦਾਂ ਕਿ ਹੈਲਥ ਮਿਨਿਸਟਰੀ ਹੋ ਗਈ, ਐਜੂਕੇਸ਼ਨ ਮਿਨਿਸਟਰੀ ਹੋ ਗਈ, ਫਾਈਨੈਂਸ ਮਿਨਿਸਟਰੀ ਹੋ ਗਈ, ਠੀਕ ਹੈ, ਇਹ ਸਾਰੀਆਂ ਅਪੁਆਇੰਟ ਕੀਤੀਆਂ ਜਾਂਦੀਆਂ ਨੇ ਅਤੇ ਇਹ ਮਿਨਿਸਟਰਸ ਉਸ ਏਰੀਆ ਦੇ ਉੱਤੇ ਵਰਕ ਕਰਨਗੇ, ਠੀਕ ਹੈ। Often times in the recent past it has been difficult for a single political party to get the majority that is required to form the government। ਮਤਲਬ ਆਪਾਂ ਹਾਲ ਹੀ ਦੇ ਵਿੱਚ ਗੱਲ ਕੀਤੀ ਗਈ ਹੈ, ਕਹਿੰਦੇ ਇੱਕ ਪੋਲੀਟੀਕਲ ਪਾਰਟੀ ਵਾਸਤੇ ਮੈਜੋਰਿਟੀ ਮਤਲਬ ਕਿ ਜੇਕਰ ਡਿਫੀਕਲਟ ਹੁੰਦੀ ਹੈ, ਠੀਕ ਹੈ। ਫੋਰ ਐਗਜ਼ਾਮਪਲ ਇਹਨਾਂ ਨੇ ਗੱਲ ਕੀਤੀ ਹੈ ਕਿ ਜੇਕਰ ਕਿਸੇ ਪਾਰਟੀ ਕੋਲ ਮੈਜੋਰਿਟੀ ਨਹੀਂ ਹੁੰਦੀ, ਹੈ ਨਾ, ਫੋਰ ਐਗਜ਼ਾਮਪਲ ਮਤਲਬ ਸਾਰੀਆਂ ਪਾਰਟੀਆਂ ਕੋਲ ਥੋੜ੍ਹੇ ਐਮਪੀਸ ਨੇ ਅਤੇ 272 ਐਮਪੀ ਕਿਸੇ ਦੇ ਵੀ ਜੋੜ ਕੇ ਨਹੀਂ ਬਣਦੇ, ਦੇ ਦੈਨ ਜੁਆਇਨ ਟੂਗੈਦਰ ਵਿਦ ਡਿਫਰੈਂਟ ਪੋਲੀਟੀਕਲ ਪਾਰਟੀਜ਼ ਹੂ ਆਰ ਇੰਟਰਸਟਿਡ ਇਨ ਸਿਮਿਲਰ ਕੰਸਰਨਸ ਟੂ ਫੋਰਮ ਵਟ ਇਜ਼ ਨੋਨ ਐਜ਼ ਕੋਆਲੀਸ਼ਨ ਗਵਰਨਮੈਂਟ। ਫਿਰ ਉਹ ਕੀ ਕਰਦੇ ਨੇ, ਗੱਠਜੋੜ ਕਰ ਲੈਂਦੇ ਨੇ ਕਿਸੇ ਦੂਸਰੀ ਪਾਰਟੀ ਦੇ ਨਾਲ। ਇੱਥੇ ਕੀ ਕਿਹਾ ਹੋਏਗਾ, ਜਿਨ੍ਹਾਂ ਦੇ ਸਿਮਿਲਰ ਕੰਸਰਨਸ ਮਤਲਬ ਕਿ ਜਿਨ੍ਹਾਂ ਦੀ ਦੇਸ਼ ਪ੍ਰਤੀ ਸੇਮ ਸੋਚ ਹੁੰਦੀ ਹੈ ਕਿ ਹਾਂ ਉਹ ਵਧੀਆ ਤਰੀਕੇ ਨਾਲ ਕੰਮ ਕਰ ਸਕਦੇ ਨੇ, ਹੈ ਨਾ। ਫਿਰ ਉਹ ਕੀ ਕਰਦੇ ਨੇ, ਗੱਠਜੋੜ ਕਰ ਲੈਂਦੇ ਨੇ, ਜਿਸ ਨੂੰ ਮਤਲਬ ਕਿ ਜੋੜ ਕੇ, ਹੈ ਨਾ, ਫੋਰ ਐਗਜ਼ਾਮਪਲ 2 ਪਾਰਟੀਜ਼ ਨੇ ਜਿਨ੍ਹਾਂ ਦੇ ਐਮਪੀਸ ਦੀ ਗਿਣਤੀ ਦੋਨਾਂ ਨੂੰ ਜੋੜ ਕੇ 272 ਜਾਂ ਇਸ ਤੋਂ ਵੱਧ ਹੋ ਜਾਂਦੀ ਹੈ। ਫਿਰ ਉਹ ਕੀ ਕਰਦੇ ਨੇ, ਕੋਆਲੀਸ਼ਨ ਗਵਰਨਮੈਂਟ, ਜਿਹਨੂੰ ਕਿ ਆਪਾਂ ਕੀ ਕਹਿੰਦੇ ਆਂਗੇ, ਗਠਬੰਧਨ ਵਾਲੀ ਸਰਕਾਰ ਆਪਾਂ ਕਹਿ ਦਿੰਦੇ ਹਾਂ, ਹੈ ਨਾ, ਕਿ ਫਿਰ ਉਹ ਫਾਰਮ ਕਰ ਲੈਂਦੇ ਨੇ, ਠੀਕ ਹੈ ਬੱਚੇ। ਨੈਕਸਟ ਆਪਾਂ ਨੈਕਸਟ ਵੀਡੀਓ ਦੇ ਵਿੱਚ ਨਹੀਂ ਆਪਾਂ ਇਹ ਪੈਰਾਗ੍ਰਾਫ ਕਰ ਲੈਂਦੇ ਹਾਂ, ਠੀਕ ਹੈ।
द राज्य सभा फंक्शनस प्राइमरीली एज द रिप्रैजेंटेटिव ऑफ स्टेट्स ऑफ इंडिया इन द पार्लीमेंट। राज्य सभा की करदा हैगा रिप्रैजेंट स्टेट्स का मतलब कि रिप्रैजेंटेटिव चुनदा है ना राज्य सभा जिहड़ियां इलैक्शनस हुंदियां ने। तो राज्य सभा कैन ऑल्सो इनिशिएट लैजिसलेशन एंड अ बिल इज़ रिक्वायर्ड टू पास थ्रू द राज्य सभा इन ऑर्डर टू बिकम अ लॉ। राज्य सभा ਦੇ ਕੋਈ ਵੀ ਲਾਅ ਜਿਹੜਾ ਪਾਸ ਕਰਨਾ ਜਾਂ ਕੋਈ ਬਿੱਲ ਪਾਸ ਕਰਨਾ ਹੈ ਨਾ ਸਰਕਾਰ ਨੇ, ਉਹ राज्य सभा ਦੇ ਥਰੂ ਹੀ ਜਾ ਕੇ ਉਹਦੇ ਇਲੈਕਸ਼ਨਸ ਦੇ ਥਰੂ ਹੀ ਮਤਲਬ ਕਿ ਜੇ ਉਹ ਪਾਸ ਹੁੰਦਾ राज्य सभा ਦੇ ਥਰੂ ਫਿਰ ਹੀ ਉਹ ਲਾਅ ਬਣ ਸਕਦਾ, ਨਹੀਂ ਤਾਂ ਲਾਅ ਕੋਈ ਵੀ ਇਨੀਸ਼ੀਏਟ ਨਹੀਂ ਕਰ ਸਕਦਾ ਜੇ ਆਪਣਾ ਲਾਅ ਕ੍ਰੀਏਟ ਨਹੀਂ ਕਰ ਸਕਦੀ ਆਪਣੀ ਸਰਕਾਰ ਬਿਨਾਂ राज्य सभा ਦੀ ਮਰਜ਼ੀ ਤੋਂ। ਇਟ देयरफॉर हैज़ एन इंपॉर्टेंट रोल ऑफ रिव्यूइंग एंड अल्टरिंग द लॉज इनिशिएटेड बाय द लोक सभा। ਹੁਣ ਲੋਕ ਸਭਾ ਦੇ ਵਿੱਚ ਲਾਅ ਕ੍ਰੀਏਟ ਹੁੰਦਾ, ਠੀਕ ਹੈ, ਬਿੱਲ ਕੋਈ ਬਣਦਾ ਗਾ ਕੋਈ ਲਾਅ ਨੂੰ ਕ੍ਰੀਏਟ ਕਰਨ ਵਾਸਤੇ, ਫਿਰ ਉਸ ਤੋਂ ਬਾਅਦ ਉਹ ਰਾਜ ਸਭਾ ਦੇ ਵਿੱਚ ਜਾਂਦਾ ਅਤੇ ਜੇ ਰਾਜ ਸਭਾ ਪਾਸ ਨਹੀਂ ਕਰਦੀ ਤਾਂ ਇਹਦਾ ਮਤਲਬ ਉਹ ਮਤਲਬ ਕਿ ਜਿਹੜਾ ਆਪਣਾ ਬਿੱਲ ਹੈ ਜਾਂ ਲਾਅ ਹੈ ਉਹ ਬਣ ਨਹੀਂ ਸਕਦਾ। ਦ ਮੈਂਬਰਸ ਆਫ ਰਾਜ ਸਭਾ ਆਰ ਇਲੈਕਟਡ ਬਾਏ ਦ ਇਲੈਕਟਡ ਮੈਂਬਰਸ ਆਫ ਲੈਜਿਸਲੇਟਿਵ ਅਸੈਂਬਲੀਜ਼ ਆਫ ਵੇਰੀਅਸ ਸਟੇਟਸ। ਮੈਂਬਰ ਆਫ ਰਾਜ ਸਭਾ ਕਿਵੇਂ ਬਣਦੇ ਨੇ, ਠੀਕ ਹੈ, ਜਿਹੜੇ ਹੁਣ ਆਪਾਂ ਲੈਜਿਸਲੇਟਿਵ ਅਸੈਂਬਲੀਜ਼ ਦੇ ਵਿੱਚ ਇਲੈਕਟਡ ਮੈਂਬਰ ਹੁੰਦੇ ਨੇ ਉਹਨਾਂ ਦੇ ਥਰੂ ਰਾਜ ਸਭਾ ਮੈਂਬਰ ਬਣਦੇ ਨੇ ऑफ वेरियस स्टेट्स, अलग अलग स्टेट्स के, ठीक है। देयर आर 233 इलैक्टेड मैंबरस प्लस 12 मैंबरस नोमीनेटेड बाय द प्रेजिडेंट। इलैक्शन के थ्रू मतलब ਜਿਹੜੇ ਕਿ ਲੈਜਿਸਲੇਟਿਵ ਅਸੈਂਬਲੀ ਦੇ ਮੈਂਬਰ ਹੁੰਦੇ ਨੇ ਉਹਨਾਂ ਦਾ ਇਲੈਕਸ਼ਨ ਹੁੰਦਾ ਗਾ ਫਿਰ ਜਾ ਕੇ ਰਾਜ ਸਭਾ ਦੇ ਮੈਂਬਰ ਬਣਦੇ ਨੇ ਅਤੇ 233 ਦਾ ਇਲੈਕਟਡ ਹੁੰਦੇ ਨੇ। 12 ਬੰਦੇ ਕੌਣ ਨੋਮੀਨੇਟ ਕਰਦੇ ਨੇ, ਪ੍ਰੈਜ਼ੀਡੈਂਟ ਮਤਲਬ ਨੋਮੀਨੇਟ ਕਰਦਾ ਕਿ ਹਾਂ ਇਹ ਪਰਸਨ ਇੱਥੇ ਇਹਦਾ ਮੈਂਬਰ ਬਣ ਸਕਦਾ, ਠੀਕ ਹੈ। ਨੈਕਸਟ ਆਪਾਂ ਟੂ ਕੰਟਰੋਲ ਗਾਈਡ ਐਂਡ ਇਨਫੋਰਮ ਦਾ ਗਵਰਨਮੈਂਟ, ਇਹ ਆਪਾਂ ਕਰਾਂਗੇ ਨੈਕਸਟ ਵੀਡੀਓ ਦੇ ਵਿੱਚ। ਥੈਂਕ ਯੂ। ਅਤੇ ਜੇਕਰ ਵਧੀਆ ਲੱਗਿਆ ਹੈ ਨਾ ਵੀਡੀਓ ਤੁਹਾਨੂੰ ਤਾਂ ਚੈਨਲ ਸਬਸਕ੍ਰਾਈਬ ਕਰ ਲਿਓ ਅਤੇ ਲਾਈਕ ਐਂਡ ਸ਼ੇਅਰ ਤੁਸੀਂ ਆਪੇ ਕਰ ਦੋਗੇ।